ਸਤਿ ਸ਼੍ਰੀ ਅਕਾਲ ਜੀ। ਮੈਂ ਲਵਪ੍ਰੀਤ ਕੌਰ ਹਾਜ਼ਰ ਹਾਂ ਜੀ ਗੁਰਵੀਰ ਕੌਰ ਦੁਆਰਾ ਲਿਖੀ ਗਈ ਕਹਾਣੀ ਲੈ ਕੇ। ਆਓ ਆਪਾਂ ਸ਼ੁਰੂ ਕਰਦੇ ਹਾਂ। ਸਾਡੇ ਸਮਾਜ ਵਿੱਚ ਔਰਤ ਨੂੰ ਮਾਂ, ਭੈਣ, ਬੇਟੀ, ਪਤਨੀ ਤੇ ਇਹੋ ਜਿਹੇ ਕਈ ਰਿਸ਼ਤਿਆਂ ਨਾਲ ਜਾਣਿਆ ਜਾਂਦਾ ਹੈ। ਪਰ ਕੁਝ ਰਿਸ਼ਤੇ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਦਾ ਕੋਈ ਨਾਮ ਨਹੀਂ ਹੁੰਦਾ, ਪਰ ਉਹਨਾਂ ਵਿੱਚ ਨਾਮ ਦੇ ਰਿਸ਼ਤੇ ਤੋਂ ਵੱਧ ਮੋਹ ਹੁੰਦਾ ਹੈ। ਇਹੋ ਜਿਹੇ ਹੀ ਇੱਕ ਮੋਹ ਭਿੱਜੇ ਰਿਸ਼ਤੇ ਦੀ ਗੱਲ ਮੈਂ ਆਪਣੀ ਇਸ ਕਹਾਣੀ ਵਿੱਚ ਕਰ ਰਹੀ ਹਾਂ। ਕਾਲਜ ਵਿੱਚ 2 ਦਿਨ ਦੀ ਛੁੱਟੀ ਸੀ ਤੇ ਫਿਰ ਐਤਵਾਰ ਸੀ, ਇਸ ਲਈ ਮੈਂ ਪਿੰਡ ਆ ਗਈ ਸੀ। ਸੋਚਿਆ ਸੀ ਕਿ ਕੁਝ ਦਿਨ ਘਰ ਰਹਿ ਕੇ ਰੱਜ ਕੇ ਟੈਲੀਵਿਜ਼ਨ ਦੇਖਾਂਗੀ, ਕਿਉਂਕਿ ਹੋਸਟਲ ਵਿੱਚ ਬਸ ਛੁੱਟੀ ਵਾਲੇ ਦਿਨ ਹੀ 1 ਘੰਟਾ ਦੇਖਣ ਲਈ ਮਿਲਦਾ ਸੀ। ਉਹ ਵੀ ਸਾਡੇ ਸੀਨੀਅਰ ਸਾਨੂੰ ਘੱਟ ਹੀ ਦੇਖਣ ਦਿੰਦੇ ਸੀ। ਮੈਂ ਰੋਟੀ ਖਾਣ ਤੋਂ ਬਾਅਦ ਕਮਰੇ ਵਿੱਚ ਜਾ ਜੇ ਟੈਲੀਵਿਜ਼ਨ ਦਾ ਬਟਨ ਦੱਬਿਆ ਹੀ ਸੀ ਕਿ ਮਾਂ ਨੇ ਛੇਤੀ ਨਾਲ ਬੰਦ ਕਰ ਦਿੱਤਾ। ਮੈਂ ਮਾਂ ਨੂੰ ਪੁੱਛਿਆ ਕਿ ਕੀ ਹੋਇਆ, ਟੈਲੀਵਿਜ਼ਨ ਕਿਉਂ ਬੰਦ ਕਰ ਦਿੱਤਾ? ਪਰ ਮਾਂ ਨੇ ਕੋਈ ਜਵਾਬ ਨਾ ਦਿੱਤਾ। ਮੇਰੇ ਦੁਆਰਾ ਪੁੱਛਣ 'ਤੇ ਮਾਂ ਨੇ ਦੱਸਿਆ ਕਿ ਗਵਾਂਢ ਵਿੱਚ ਕੋਈ ਸਵਰਗ ਸੁਧਾਰ ਗਿਆ। ਮੈਂ ਸਮਝ ਲਿਆ ਸੀ ਕਿ ਮਾਂ ਦੀ ਗੱਲ ਨੂੰ ਪਿੰਡਾਂ ਵਿੱਚ ਜੇ ਆਂਢ ਗੁਆਂਢ 'ਚ ਕੋਈ ਮੌਤ ਹੋ ਜਾਂਦੀ ਤਾਂ ਬਾਕੀ ਗਲੀ ਗਵਾਂਢ ਵੀ 15 ਦਿਨ ਕੋਈ ਹਾਦਸਾ ਠੱਠਾ ਨਹੀਂ ਕਰਦਾ ਸੀ। ਪਰ ਅੱਜ ਕੱਲ੍ਹ ਸਮਾਂ ਬਦਲ ਗਿਆ ਹੈ। ਹੁਣ ਇੰਜ ਘੱਟ ਹੀ ਹੁੰਦਾ। ਗਰਮੀ ਦੇ ਦਿਨ ਸਨ ਤੇ ਰਾਤ ਨੂੰ ਸਾਰੇ ਬਾਹਰ ਵਿਹੜੇ ਵਿੱਚ ਹੀ ਸੌਂਦੇ ਸੀ। ਮੈਂ ਮਾਂ ਨਾਲ ਬਾਹਰ ਬਿਸਤਰੇ ਵਿਛਾਉਣ ਲੱਗ ਪਈ। ਮੈਂ ਮਾਂ ਕੋਲੋਂ ਪੁੱਛਿਆ ਕਿ ਕੌਣ ਚਲਾਣਾ ਕਰ ਗਿਆ। ਮੈਨੂੰ ਸੀ ਕਿ ਕੋਈ ਬਜ਼ੁਰਗ ਹੋਣਾ, ਪਰ ਜਦ ਮਾਂ ਨੇ ਨਾਮ ਦੱਸਿਆ ਤਾਂ ਮੇਰੇ ਪੈਰਾਂ ਥੱਲੇ ਦੀ ਜ਼ਮੀਨ ਨਿਕਲ ਗਈ ਤੇ ਮੈਂ ਉੱਥੇ ਹੀ ਮੰਜੇ 'ਤੇ ਬੈਠ ਗਈ। ਮੇਰੇ ਦਿਲ ਵਿੱਚ ਹੌਲ ਜਿਹੇ ਪੈਣ ਲੱਗ ਪਏ ਤੇ ਥੱਕੇ ਹੋਣ ਦਾ ਬਹਾਨਾ ਬਣਾ ਕੇ ਮੈਂ ਪੈ ਗਈ। ਹੁਣ ਨੀਂਦ ਦੀ ਜਗ੍ਹਾ ਹੰਝੂਆਂ ਨੇ ਲੈ ਲਈ। ਆਪਣੇ ਆਪ ਹੀ ਮੇਰੀਆਂ ਅੱਖਾਂ 'ਚੋਂ ਹੰਝੂ ਗਿਰਨ ਲੱਗੇ। ਅੱਖਾਂ ਬੰਦ ਕਰ ਮੈਂ ਆਪਣੇ ਬਚਪਨ ਦੇ ਉਹਨਾਂ ਦਿਨਾਂ 'ਚ ਖੋ ਗਈ ਜਦ ਮੇਰੀ ਉਸ ਨਾਲ ਮੁਲਾਕਾਤ ਹੋਈ ਸੀ। ਮੈਂ 8 ਕੁ ਵਰ੍ਹਿਆਂ ਦੀ ਹੀ ਸੀ। ਪਿੰਡ ਵੜਦਿਆਂ ਪਹਿਲੀ ਗਲੀ ਵਿੱਚ 4 ਘਰ ਛੱਡ ਸਾਡਾ ਘਰ ਸੀ। ਪਹਿਲਾ ਘਰ ਪੰਡਿਤਾਂ ਦਾ ਸੀ। ਪੰਡਿਤਾਂ ਦੇ ਘਰ ਛੁੱਟੀਆਂ ਵਿੱਚ ਇੱਕ ਕੁੜੀ ਆਇਆ ਕਰਦੀ ਸੀ, ਨਾਮ ਸੀ ਕੰਚਨ। 2 ਕੁੜੀਆਂ ਮੇਰੇ ਚਾਚੇ ਹਰਦੇਵ ਦੀਆਂ ਸਨ, ਰੂਹੀ ਤੇ ਰੀਤ। ਇੱਕ ਮੇਰੀ ਭੂਆ ਦਾ ਮੁੰਡਾ ਨਵ ਤੇ ਮੈਂ ਹੋਣਾ। ਅਸੀਂ 5 ਪੱਕੇ ਦੋਸਤ ਸੀ, ਭਾਵੇਂ ਅਸੀਂ ਸਾਰੇ ਸਿਰਫ ਛੁੱਟੀਆਂ ਵਿੱਚ ਹੀ ਮਿਲਦੇ ਸੀ, ਪਰ ਫਿਰ ਵੀ ਸਾਡੀ ਦੋਸਤੀ ਬੜੀ ਪੱਕੀ ਸੀ। ਸਾਰਾ ਸਾਲ ਅਸੀਂ ਗਰਮੀ ਦੀਆਂ ਛੁੱਟੀਆਂ ਦਾ ਇੰਤਜ਼ਾਰ ਕਰਦੇ। ਜਦ ਵੀ ਅਸੀਂ ਇਕੱਠੇ ਹੋਣਾ ਤਾਂ ਬਹੁਤ ਸ਼ਰਾਰਤਾਂ ਕਰਨੀਆਂ। ਸਾਰੇ ਆਂਢ ਗੁਆਂਢ ਦੇ ਨੱਕ ਵਿੱਚ ਦਮ ਕਰੀ ਰੱਖਦੇ ਸੀ। ਮੇਰੇ ਚਾਚੇ ਦੀ ਕੁੜੀ ਰੂਹੀ ਸਾਡੇ 'ਚੋਂ ਵੱਡੀ ਸੀ, ਜਿਸ ਕਰਕੇ ਉਹ ਸਾਡੀ ਲੀਡਰ ਸੀ। ਸਵੇਰ ਤੋਂ ਸ਼ਾਮ ਤੱਕ ਅੱਧੇ ਪਿੰਡ ਦੀਆਂ ਸ਼ਿਕਾਇਤਾਂ ਘਰ ਪਹੁੰਚ ਜਾਂਦੀਆਂ ਸਨ, ਪਰ ਅਸੀਂ ਕਦ ਗੌਲਦੇ ਸੀ ਕਿਸੇ ਦੀਆਂ ਝਿੜਕਾਂ ਨੂੰ। ਅਗਲੇ ਦਿਨ ਫਿਰ ਸ਼ੁਰੂ ਹੋ ਜਾਂਦੇ ਤੇ ਸ਼ਿਕਾਇਤ ਕਰਨ ਵਾਲੇ ਵੀ ਥੱਕ ਕੇ ਚੁੱਪ ਕਰ ਜਾਂਦੇ। ਸ਼ਾਇਦ ਉਹ ਵੀ ਸਮਝ ਆਉਂਦੇ ਸੀ ਕਿ ਇਹਨਾਂ ਨੇ ਨਹੀਂ ਮੰਨਣਾ। ਛੁੱਟੀਆਂ ਕਦ ਮੁੱਕ ਜਾਂਦੀਆਂ ਪਤਾ ਹੀ ਨਾ ਲੱਗਣਾ। ਫਿਰ ਇਸ ਵਾਰ ਇਹ ਛੁੱਟੀਆਂ ਸਾਡੇ 5 ਦੀਆਂ ਇਕੱਠਿਆਂ ਆਖਰੀ ਹੋਣਗੀਆਂ, ਇਹ ਸਾਨੂੰ ਨਹੀਂ ਪਤਾ ਸੀ। ਹਰਦੇਵ ਚਾਚੇ ਦੀ ਬਦਲੀ ਹੋ ਗਈ ਤੇ ਉਹ ਸਾਰਾ ਪਰਿਵਾਰ ਸ਼ਹਿਰ ਚਲੇ ਗਏ। ਉਧਰ ਭੂਆ ਨੇ ਵੀ ਨਵ ਨੂੰ ਦੇਹਰਾਦੂਨ ਪੜ੍ਹਨ ਭੇਜ ਦਿੱਤਾ। ਕੰਚਨ ਵੀ ਹੁਣ ਘੱਟ ਹੀ ਸਾਡੇ ਪਿੰਡ ਆਉਂਦੀ ਸੀ। ਮੈਂ ਇਕੱਲੀ ਹੀ ਰਹਿ ਗਈ ਸੀ। ਆਂਢ ਗੁਆਂਢ ਦੇ ਬਾਕੀ ਬੱਚਿਆਂ ਨਾਲ ਕਦੇ ਖੇਡੀ ਨਹੀਂ ਸੀ ਤੇ ਨਾ ਹੀ ਸਕੂਲ ਵਿੱਚ ਮੇਰੀਆਂ ਬਹੁਤੀ ਗੂੜੀਆਂ ਸਹੇਲੀਆਂ ਹੀ ਸੀ। ਮੈਂ ਤਾਂ ਬਸ ਇਹ ਸੋਚ ਕੇ ਦਿਨ ਕੱਢ ਰਹੀ ਸੀ ਕਿ ਛੁੱਟੀਆਂ ਹੋਣਗੀਆਂ ਤੇ ਅਸੀਂ ਸਾਰੇ ਫਿਰ ਇਕੱਠੇ ਹੋਵਾਂਗੇ। ਪਰ ਅੱਜ ਮੈਂ ਬਹੁਤ ਖੁਸ਼ ਸੀ, ਕਿਉਂਕਿ ਮਾਂ ਨੇ ਦੱਸਿਆ ਕਿ ਪੰਡਿਤਾਂ ਦੇ ਮੁੰਡੇ ਕੈਲਾਸ਼ ਦਾ ਵਿਆਹ ਹੈ। 1-2 ਦਿਨ ਦੇ ਵਿੱਚ। ਮੈਨੂੰ ਖੁਸ਼ੀ ਵਿਆਹ ਦੀ ਨਹੀਂ ਸੀ, ਬਲਕਿ ਮੈਂ ਤਾਂ ਇਸ ਗੱਲ 'ਤੇ ਖੁਸ਼ ਸੀ ਕਿ ਵਿਆਹ 'ਤੇ ਕੰਚਨ ਵੀ ਆਏਗੀ। ਮੇਰੀ ਖੁਸ਼ੀ ਦੀ ਹੱਦ ਨਾ ਰਹੀ ਜਦ ਮੈਂ ਕੰਚਨ ਨੂੰ ਮਿਲੀ, ਕਿਉਂਕਿ ਉਹ ਆਪਣੀ ਦਾਦੀ ਜੀ ਨਾਲ 2 ਦਿਨ ਪਹਿਲਾਂ ਹੀ ਆ ਗਈ ਸੀ। ਉਹਨੂੰ ਵੀ ਮੈਨੂੰ ਮਿਲਣ ਦੀ ਓਨੀ ਹੀ ਖੁਸ਼ੀ ਸੀ। ਵਿਆਹ ਦਾ ਸਾਨੂੰ ਕੋਈ ਮਤਲਬ ਨਹੀਂ ਸੀ। ਅਸੀਂ ਦੋਵੇਂ ਤਾਂ ਬਸ ਆਪਣੀ ਹੀ ਦੁਨੀਆ ਵਿੱਚ ਮਸਤ ਸੀ। ਸਾਰਾ ਦਿਨ ਅਸੀਂ ਖੇਡਦੇ ਰਹਿਣਾ ਤੇ ਅਖੀਰ ਵਿਆਹ ਵਾਲਾ ਦਿਨ ਵੀ ਆ ਗਿਆ। ਬਰਾਤ ਰਵਾਨਾ ਕਰ ਮੇਲਣਾ ਨੇ ਬੋਲੀਆਂ ਪਾ ਨੱਚਣਾ ਸ਼ੁਰੂ ਕਰ ਦਿੱਤਾ। ਕੰਚਨ ਤੇ ਮੈਂ ਵੀ ਬਹੁਤ ਨੱਚੀਆਂ ਸੀ। ਸਾਰਾ ਮਾਹੌਲ ਹਾਸੇ ਠੱਠਿਆਂ ਨਾਲ ਰੌਣਕ ਭਰਿਆ ਹੋਇਆ ਸੀ। ਹਰ ਇੱਕ ਦੇ ਚਿਹਰੇ 'ਤੇ ਖੁਸ਼ੀ ਝੂਮ ਰਹੀ ਸੀ। ਸ਼ਾਮ ਨੂੰ ਬਰਾਤ ਵਾਪਸ ਆ ਗਈ। ਨਵੀਂ ਵਿਆਹੀ ਜੋੜੀ ਤੋਂ ਬੇਬੇ ਪੰਡਤਾਣੀ ਪਾਣੀ ਵਾ ਰਹੀ ਸੀ ਤੇ ਮੈਂ ਤੇ ਕੰਚਨ ਸਭ ਵੇਖ ਰਹੀਆਂ ਸੀ। ਰਾਤ ਹੋ ਗਈ ਸੀ।
ਮੈਂ ਵੀ ਘਰ ਆ ਕੇ ਸੌਂ ਗਈ ਸੀ ਤੇ ਅਗਲੇ ਦਿਨ ਕੰਚਨ ਸਵੇਰੇ ਹੀ ਮੇਰੇ ਘਰ ਆ ਗਈ ਤੇ ਮੈਨੂੰ ਉਠਾਇਆ। ਉਸਨੇ ਮੈਨੂੰ ਕੁਝ ਦੱਸਣਾ ਸੀ ਜਿਸ ਲਈ ਉਹ ਹੋਰ ਇੰਤਜ਼ਾਰ ਨਹੀਂ ਕਰ ਸਕਦੀ ਸੀ। ਮੈਂ ਅਜੇ ਅੱਖਾਂ ਹੀ ਮਲ ਰਹੀ ਸੀ ਕਿ ਉਹ ਮੈਨੂੰ ਕਹਿਣ ਲੱਗੀ, ਗਗਨੀ ਤੈਨੂੰ ਪਤਾ ਕੱਲ੍ਹ ਜਿਹੜੀ ਨਵੀਂ ਚਾਚੀ ਵਿਆਹ ਕੇ ਆਈ ਆ ਉਹ ਬਹੁਤ ਸੋਹਣੀ ਆ, ਜਮਾਂ ਪਰੀ ਲੱਗਦੀ ਆ। ਉਸਦੀਆਂ ਅੱਖਾਂ ਆਪਣੀ ਬਿੱਲੋ ਵਰਗੀਆਂ ਨੇ। ਬਿੱਲੋ ਸਾਡੀ ਗੁੱਡੀ ਦਾ ਨਾਮ ਰੱਖਿਆ ਹੋਇਆ ਸੀ। ਮੈਂ ਕਿਹਾ ਸੱਚੀ? ਉਹ ਫਿਰ ਬੋਲੀ, ਹੋਰ ਰਾਤ ਮੈਂ ਤੇ ਮਾਨੋ ਮਾਸੀ ਨਵੀਂ ਚਾਚੀ ਕੋਲ ਪਈਆਂ ਸੀ। ਮੈਂ ਉਦੋਂ ਦੇਖਿਆ ਸੀ। ਅਸੀਂ ਥੋੜ੍ਹੀ ਦੇਰ ਗੱਲਾਂ ਕਰਨ ਤੋਂ ਬਾਅਦ ਬਾਹਰ ਆ ਆਪਣੀ ਖੇਡ ਵਿੱਚ ਖੋ ਗਈਆਂ। ਹੁਣ ਵਿਆਹ ਵੀ ਖਤਮ ਹੋ ਗਿਆ ਸੀ। ਸਾਰੇ ਰਿਸ਼ਤੇਦਾਰ ਜਾਣ ਲੱਗ ਪਏ ਸੀ। ਮੇਰੀਆਂ ਵੀ ਸਕੂਲ ਤੋਂ ਬਹੁਤ ਛੁੱਟੀਆਂ ਹੋ ਗਈਆਂ ਸੀ, ਜਿਸ ਕਾਰਨ ਪਾਪਾ ਜੀ ਮਾਂ ਨੂੰ ਗੁੱਸੇ ਹੋ ਰਹੇ ਸੀ। ਅਗਲੇ ਦਿਨ ਮਾਂ ਨੇ ਧੱਕੇ ਨਾਲ ਸਕੂਲ ਭੇਜ ਦਿੱਤਾ ਸੀ। ਸਕੂਲ ਦੀ ਛੁੱਟੀ ਹੋਣ 'ਤੇ ਮੈਂ ਘਰ ਬਸਤਾ ਰੱਖ ਬਿਨਾਂ ਕੁਝ ਖਾਧੇ ਪੀਤੇ ਸਿੱਧਾ ਕੰਚਨ ਨੂੰ ਮਿਲਣ ਚਲੀ ਗਈ। ਮੈਂ ਜਾ ਬੂਹਾ ਖੜਕਾਇਆ ਪਰ ਅੰਦਰੋਂ ਕੋਈ ਆਵਾਜ਼ ਨਾ ਆਈ। ਮੈਂ ਫਿਰ ਆਵਾਜ਼ ਮਾਰੀ, ਕੰਚਨ ਕੰਚਨ। ਬੇਬੇ ਥੋੜ੍ਹੀ ਦੇਰ ਬਾਅਦ ਕਿਸੇ ਦੀ ਆਵਾਜ਼ ਸੁਣੀ। ਕੌਣ? ਮੈਂ ਕਿਹਾ ਜੀ ਮੈਂ ਗਗਨੀ ਆ। ਮੇਰੀ ਆਵਾਜ਼ ਸੁਣ ਕਿਸੇ ਨੇ ਚੁਬਾਰੇ ਦਾ ਦਰਵਾਜ਼ਾ ਖੋਲ੍ਹਿਆ ਤੇ ਮੈਨੂੰ ਕਿਸੇ ਦੇ ਪੌੜੀਆਂ ਉਤਰਨ ਦੀ ਆਵਾਜ਼ ਸੁਣੀ। ਫਿਰ ਕਿਸੇ ਦੀ ਮਿੱਠੀ ਜਿਹੀ ਆਵਾਜ਼ ਮੇਰੇ ਕੰਨੀ ਪਈ, ਆ ਜਾ ਬੁੱਗੇ ਅੰਦਰ ਲੰਘ ਆ। ਮੈਂ ਥੋੜ੍ਹਾ ਅੱਗੇ ਹੋ ਦੇਖਿਆ ਤਾਂ ਉਹ ਪਰੀ ਪੌੜੀਆਂ ਵਿੱਚ ਖੜੀ ਸੀ ਜਿਸ ਦੀ ਗੱਲ ਮੇਰੇ ਕੋਲ ਕੰਚਨ ਨੇ ਕਰੀ ਸੀ। ਹਰੇ ਰੰਗ ਦੇ ਸੂਟ 'ਚ ਉਹ ਮੈਨੂੰ ਉਹੀ ਚੰਦ ਤੋਂ ਆਈ ਪਰੀ ਲੱਗ ਰਹੀ ਸੀ ਜਿਸ ਦੀ ਗੱਲ ਨਾਨੀ ਅਕਸਰ ਆਪਣੀਆਂ ਕਹਾਣੀਆਂ 'ਚ ਕਰਿਆ ਕਰਦੀ ਸੀ। ਥੋੜ੍ਹਾ ਜਿਹਾ ਸੰਗ ਕੇ ਮੈਂ ਪੁੱਛਿਆ, ਜੀ ਕੰਚਨ ਕਿੱਥੇ ਆ? ਉਹ ਮੇਰੇ ਨੇੜੇ ਆ ਕੇ ਹੌਲੀ ਜਿਹੀ ਬੋਲੀ, ਬੁੱਗੇ ਕੰਚਨ ਹੁਣੀ ਤਾਂ ਅੱਜ ਚਲੇ ਗਏ। ਜਾਂਦੇ ਹੋਏ ਕੰਚਨ ਨੇ ਚੂੜੀਆਂ ਦੇ ਗਈ ਸੀ ਤੈਨੂੰ ਦੇਣ ਲਈ। ਮੈਂ ਚੂੜੀਆਂ ਫੜ ਉਦਾਸ ਜਿਹੀ ਘਰ ਆ ਗਈ। ਇਹ ਉਹੀ ਚੂੜੀਆਂ ਸਨ ਜੋ ਕੰਚਨ ਨੇ ਵਿਆਹ ਵਿੱਚ ਪਾਈਆਂ ਸੀ ਤੇ ਮੈਂ ਉਸਨੂੰ ਕਿਹਾ ਸੀ ਕਿ ਬਹੁਤ ਸੋਹਣੀਆਂ ਨੇ। ਉਹ ਮੇਰੀ ਤੇ ਕੰਚਨ ਦੀ ਆਖਰੀ ਮੁਲਾਕਾਤ ਸੀ। ਫਿਰ ਅਸੀਂ ਕਦੇ ਵੀ ਨਹੀਂ ਮਿਲੀਆਂ ਕਿਉਂਕਿ ਉਹ ਆਪਣੀ ਦਾਦੀ ਨਾਲ ਹੀ ਸਾਡੇ ਪਿੰਡ ਆਇਆ ਕਰਦੀ ਸੀ। ਪੰਡਤਾਣੀ ਦੇ ਰਿਸ਼ਤੇ 'ਚੋਂ ਸੀ ਕੰਚਨ ਦੀ ਦਾਦੀ। ਦਾਦੀ ਦੇ ਮਰਨ ਤੋਂ ਬਾਅਦ ਉਹਦਾ ਵੀ ਸਾਡੇ ਪਿੰਡ ਆਉਣਾ ਬੰਦ ਹੋ ਗਿਆ ਸੀ। ਕੰਚਨ ਦੇ ਜਾਣ ਤੋਂ ਬਾਅਦ ਹੁਣ ਮੈਂ ਫਿਰ ਇਕੱਲੀ ਰਹਿ ਗਈ ਸੀ। ਮੇਰਾ ਕਿਤੇ ਵੀ ਮਨ ਨਾ ਲੱਗਣਾ। ਮੇਰੇ ਨਾਲ ਖੇਡਣ ਵਾਲਾ ਹੁਣ ਕੋਈ ਨਹੀਂ ਸੀ। ਵੱਡੀ ਭੈਣ ਮਾਂ ਨਾਲ ਘਰ ਦੇ ਕੰਮਾਂ ਵਿੱਚ ਰੁੱਝੀ ਰਹਿੰਦੀ ਸੀ ਤੇ ਵੀਰਾ ਆਪਣੇ ਹਾਣੀਆਂ ਨਾਲ ਖੇਡਦਾ ਰਹਿੰਦਾ। ਸਕੂਲ ਵਿੱਚ ਵੀ ਹੁਣ ਮਨ ਨਾ ਲੱਗਦਾ ਤੇ ਮੈਂ ਰੋਜ਼ ਹੀ ਪੇਟ ਦਰਦ ਦਾ ਬਹਾਨਾ ਕਰ ਘਰ ਆ ਜਾਂਦੀ। ਕੁਝ ਦਿਨ ਮਾਂ ਨੇ ਦੇਖਿਆ, ਫਿਰ ਉਹ ਵੀ ਫਿਕਰ ਕਰਨ ਲੱਗ ਪਈ ਕਿ ਖੌਰੇ ਕੁੜੀ ਨੂੰ ਕੀ ਹੋ ਗਿਆ। ਇੱਕ ਦਿਨ ਮਾਂ ਮੈਨੂੰ ਪੰਡਤ ਜੀ ਕੋਲ ਲੈ ਗਈ ਦਵਾਈ ਦਵਾਉਣ ਲਈ। ਪੰਡਤ ਜੀ ਥੋੜ੍ਹੀ ਬਹੁਤ ਦਵਾਈ ਬੂਟੀ ਵੀ ਦਿੰਦੇ ਸੀ ਜੋ ਉਹ ਜੜੀ ਬੂਟੀਆਂ ਤੋਂ ਤਿਆਰ ਕਰਦੇ ਸੀ। ਪੰਡਿਤ ਜੀ ਨੇ ਦਵਾਈ ਦੇ ਦਿੱਤੀ ਤੇ ਖਾਣ ਪੀਣ ਦਾ ਧਿਆਨ ਰੱਖਣ ਲਈ ਕਿਹਾ। ਬਾਹਰ ਬੇਬੇ ਬੈਠੀ ਸੀ। ਉਸਨੇ ਮਾਂ ਨੂੰ ਬੈਠਣ ਲਈ ਕਿਹਾ ਤੇ ਮਾਂ ਬੇਬੇ ਨਾਲ ਗੱਲਾਂ ਕਰਨ ਲੱਗ ਪਈ। ਇੰਨੇ ਨੂੰ ਨਵੀਂ ਵਿਆਹੀ ਹੋਈ ਰਚਨਾ ਚਾਚੀ ਪਾਣੀ ਲੈ ਕੇ ਆ ਗਈ। ਉਹ ਮਾਂ ਨੂੰ ਪਾਣੀ ਦੇ ਮੈਨੂੰ ਆਪਣੇ ਨਾਲ ਅੰਦਰ ਲੈ ਗਈ। ਉਹਨੇ ਮੈਨੂੰ ਕਿਹਾ, ਕੀ ਗੱਲ ਬੁੱਗੇ ਤੇਰਾ ਸਕੂਲ ਵਿੱਚ ਮਨ ਕਿਉਂ ਨਹੀਂ ਲੱਗਦਾ? ਪੇਟ ਦਰਦ ਦਾ ਬਹਾਨਾ ਕਿਉਂ ਕੀਤਾ? ਇਹ ਸੁਣ ਮੈਂ ਹੈਰਾਨ ਰਹਿ ਗਈ ਕਿ ਇਹਨੂੰ ਕਿਵੇਂ ਪਤਾ ਲੱਗਿਆ ਮੇਰੇ ਬਹਾਨੇ ਬਾਰੇ। ਉਹਨੇ ਮੇਰੇ ਮੱਥੇ ਨੂੰ ਚੁੰਮਿਆ ਤੇ ਕਿਹਾ, ਬੁੱਗੇ ਰੋਜ਼ ਸਕੂਲ ਜਾਇਆ ਕਰ, ਮਨ ਲਾ ਕੇ ਪੜ੍ਹਾਈ ਕਰ। ਜੇ ਤੂੰ ਮੇਰਾ ਕਿਹਾ ਮੰਨਿਆ ਤਾਂ ਮੈਂ ਤੈਨੂੰ ਰੋਜ਼ ਟੌਫੀ ਦੇਵਾਂਗੀ, ਤੇਰੇ ਨਾਲ ਖੇਡਾਂਗੀ ਵੀ। ਮੈਂ ਹੌਲੀ ਜਿਹੀ ਆਵਾਜ਼ 'ਚ ਬੋਲੀ, ਪੱਕਾ ਵਾਅਦਾ? ਉਹ ਹੱਸ ਕੇ ਬੋਲੀ, ਹਾਂਜੀ ਪੱਕਾ ਵਾਅਦਾ। ਬਸ ਉਸੇ ਪਲ ਮੇਰਾ ਉਸ ਨਾਲ ਇੱਕ ਮੋਹ ਭਰਿਆ ਰਿਸ਼ਤਾ ਬਣ ਗਿਆ। ਹੁਣ ਮੈਂ ਬਹੁਤ ਖੁਸ਼ ਸੀ ਕਿਉਂਕਿ ਮੈਨੂੰ ਹੁਣ ਕੋਈ ਖੇਡਣ ਲਈ ਜੋ ਮਿਲ ਗਿਆ ਸੀ। ਮੈਂ ਸਕੂਲ ਵੀ ਜਾਂਦੀ, ਮਨ ਲਾ ਕੇ ਪੜ੍ਹਾਈ ਕਰਦੀ। ਮਾਂ ਵੀ ਮੈਨੂੰ ਵੇਖ ਕੇ ਖੁਸ਼ ਸੀ ਕਿ ਚਲੋ ਕੁੜੀ ਠੀਕ ਹੋ ਗਈ। ਪਰ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਮੇਰੀ ਖੁਸ਼ੀ ਦਾ ਕੀ ਕਾਰਨ ਹੈ। ਮੈਂ ਸਕੂਲੋਂ ਆ ਸਿੱਧਾ ਰਚਨਾ ਕੋਲ ਜਾਣਾ, ਉੱਥੇ ਹੀ ਖਾਣਾ ਖਾਂਦੀ, ਉੱਥੇ ਹੀ ਪੜ੍ਹਾਈ ਕਰਦੀ। ਰਚਨਾ ਮੈਨੂੰ ਬਹੁਤ ਪਿਆਰ ਕਰਦੀ ਸੀ। ਉਹ ਮੇਰੇ ਲਈ ਕਦੇ ਚੂਰੀ ਬਣਾ ਕੇ ਤੇ ਕਦੇ ਮਿੱਠੀ ਰੋਟੀ ਤੇ ਕਦੇ ਕੁਝ ਹੋਰ ਬਣਾ ਕੇ ਰੱਖਦੀ ਤੇ ਆਪਣੇ ਆਪ ਹੱਥਾਂ ਨਾਲ ਖਵਾਉਂਦੀ। ਸਾਰਾ ਦਿਨ ਮੇਰੇ ਨਾਲ ਖੇਡਦੀ। ਮੈਂ ਉਸ ਦੀਆਂ ਰੰਗ ਬਰੰਗੀਆਂ ਚੁੰਨੀਆਂ ਨਾਲ ਖੇਡਦੀ। ਉਹ ਤੈਅ ਕਰ ਰੱਖਦੀ ਤੇ ਮੈਂ ਫਿਰ ਬਾਹਰ ਕੱਢ ਖਲਾਰਾ ਪਾ ਦਿੰਦੀ। ਪਰ ਉਹ ਨਾ ਕਦੇ ਗੁੱਸਾ ਕਰਦੀ ਨਾ ਕਦੇ ਅੱਕਦੀ। ਸੱਟ ਮੇਰੇ ਲੱਗਦੀ ਪਰ ਦਰਦ ਉਹਨੂੰ ਹੁੰਦਾ। ਬਿਨਾਂ ਕਿਸੇ ਦੀ ਪਰਵਾਹ ਕੀਤੇ ਉਹ ਮੇਰੇ ਨਾਲ ਰੁੱਝੀ ਰਹਿੰਦੀ ਸੀ। ਮੈਂ ਵੀ ਸਭ ਨੂੰ ਭੁੱਲ ਬਸ ਉਹਦੇ ਨਾਲ ਹੀ ਰਹਿੰਦੀ।
ਮੇਰੀ ਦੁਨੀਆ ਹੁਣ ਸਿਰਫ ਰਚਨਾ ਤੱਕ ਹੀ ਸੀਮਤ ਸੀ। ਪਹਿਲਾਂ ਮੈਂ ਕਦੇ ਉਸਨੂੰ ਚਾਚੀ, ਕਦੇ ਭਾਬੀ ਕਹਿ ਦਿੰਦੀ। ਫਿਰ ਮੈਂ ਵੀ ਕੈਲਾਸ਼ ਚਾਚੇ ਵਾਂਗ ਉਹਨੂੰ ਰਚਨਾ ਹੀ ਕਹਿਣਾ ਸ਼ੁਰੂ ਕਰ ਦਿੱਤਾ। ਹੁਣ ਉਹ ਮੇਰੇ ਲਈ ਸਿਰਫ ਰਚਨਾ ਸੀ, ਮੇਰੀ ਰਚਨਾ। ਨਾ ਤਾਂ ਕਦੇ ਕੈਲਾਸ਼ ਚਾਚੇ ਨੇ ਤੇ ਨਾ ਹੀ ਕਦੇ ਬੇਬੇ ਨੇ ਕੋਈ ਇਤਰਾਜ਼ ਕੀਤਾ ਸੀ। ਸਗੋਂ ਜਿਸ ਦਿਨ ਕੈਲਾਸ਼ ਚਾਚਾ ਘਰ ਹੁੰਦਾ ਸੀ ਉਹ ਵੀ ਸਾਡੇ ਨਾਲ ਬਹੁਤ ਖੇਡਦਾ। ਜੇ ਕਦੇ ਕੋਈ ਰਚਨਾ ਨੂੰ ਗੁੱਸੇ 'ਚ ਬੋਲਦਾ ਤਾਂ ਮੈਂ ਲੜ ਪੈਂਦੀ। ਇਸੇ ਤਰ੍ਹਾਂ ਹੱਸਦੇ ਖੇਡਦੇ 5 ਮਹੀਨੇ ਕਦ ਨਿਕਲ ਗਏ ਪਤਾ ਹੀ ਨਾ ਲੱਗਿਆ। ਮੈਨੂੰ ਮੇਰੀ ਪਰੀ ਮਿਲ ਗਈ ਸੀ ਤੇ ਉਸਨੂੰ ਇੱਕ ਗੁੱਡੀ। ਸਾਡੇ ਵਿੱਚ ਸਿਰਫ ਮੋਹ ਦਾ ਰਿਸ਼ਤਾ ਸੀ, ਪਰ ਸਾਡਾ ਇਹ ਰਿਸ਼ਤਾ ਆਂਢ ਗੁਆਂਢ ਦੇ ਕੁਝ ਲੋਕਾਂ ਦੀ ਅੱਖਾਂ 'ਚ ਰੜਕਣ ਲੱਗਾ ਸੀ। ਇੱਕ ਦਿਨ ਰਾਮੋ ਤਾਈ ਸਾਡੇ ਘਰ ਆਈ। ਰਾਮੋ ਤਾਈ ਦਾ ਘਰ ਵੀ ਸਾਡੀ ਗਲੀ ਵਿੱਚ ਹੀ ਸੀ। ਉਹ ਸਵੇਰੇ ਹੀ ਦਰਾਂ ਵਿੱਚ ਬੈਠ ਜਾਂਦੀ ਸੀ। ਕਿਸੇ ਦੇ ਘਰ ਕੌਣ ਆਇਆ ਹੈ, ਕੌਣ ਗਿਆ, ਸਾਰੇ ਪਿੰਡ ਦੀ ਖਬਰ ਉਹਨੂੰ ਹੁੰਦੀ ਸੀ। ਲਾਈ ਬੁਝਾਈ ਦੀ ਆਦਤ ਸੀ, ਉਸਨੂੰ ਪੂਰੀ ਫੱਫੇ ਕੁੱਟਣੀ ਸੀ। ਮਾਂ ਨੇ ਰਾਮੋ ਤਾਈ ਨੂੰ ਪੁੱਛਿਆ ਕਿ ਕਿਵੇਂ ਆਈ ਤਾਈ। ਮਾਂ ਦੇ ਨੇੜੇ ਹੋ ਕੇ ਕਹਿਣ ਲੱਗੀ, ਦੇਖ ਸ਼ਿੰਦੋ, ਮੈਨੂੰ ਬਹੁਤਾ ਬੋਲਣ ਦੀ ਆਦਤ ਨਹੀਂ, ਪਰ ਤੁਸੀਂ ਮੇਰੇ ਆਪਣੇ ਹੋ ਤਾਂ ਮੈਂ ਤੈਨੂੰ ਸਮਝਾਉਣ ਆਈ ਹਾਂ। ਸ਼ਿੰਦੋ, ਤੇਰੀ ਕੁੜੀ ਸਾਰਾ ਦਿਨ ਪੰਡਤਾਂ ਦੀ ਨੂੰਹ ਕੋਲ ਰਹਿੰਦੀ ਆ, ਉੱਥੇ ਹੀ ਖਾਂਦੀ ਪੀਂਦੀ ਆ। ਇਹ ਗੱਲ ਠੀਕ ਨਹੀਂ। ਭਲਾ ਆਪਾਂ ਜੱਟ ਜ਼ਿਮੀਂਦਾਰ, ਸਾਡਾ ਪੰਡਤਾਂ ਨਾਲ ਕੀ ਮੇਲ? ਕੀ ਪਤਾ ਉਹਨੇ ਕੁੜੀ ਤੇ ਕੋਈ ਟੂਣਾ ਟੋਕੜਾ ਕੀਤਾ ਹੋਵੇ। 5-6 ਮਹੀਨੇ ਹੋ ਗਏ ਵਿਆਹ ਨੂੰ, ਅਜੇ ਤੱਕ ਕੋਈ ਉਮੀਦ ਨਹੀਂ ਦਿਸੀ ਪੰਡਤਾਣੀ ਦੀ ਨੂੰਹ ਦੇ। ਸ਼ਿੰਦੋ ਨੂੰ ਤਾਂ ਕੁੜੇ ਬਾਲੀ ਭੋਲੀ ਏ। ਤੈਨੂੰ ਨਹੀਂ ਪਤਾ, ਲੋਕ ਆਪਦੇ ਘਰ ਚਾਨਣ ਕਰਨ ਲਈ ਦੂਜੇ ਦਾ ਦੀਵਾ ਬੁਝਾ ਦਿੰਦੇ ਨੇ। ਤੁਸੀਂ ਤਾਂ ਭਾਈ ਆਪਦੀਆਂ ਅੱਖਾਂ ਬੰਦ ਕਰ ਰੱਖੀਆਂ ਨੇ, ਪਰ ਮੈਨੂੰ ਤਾਂ ਸਭ ਦਿਖਦਾ। ਬਾਕੀ ਤੂੰ ਆਪ ਸਮਝਦਾਰ ਐ। ਕੱਲ੍ਹ ਨੂੰ ਕਹੇਂਗੀ ਵੀ ਤਾਈ ਨੇ ਮੈਨੂੰ ਦੱਸਿਆ ਨਹੀਂ। ਹੁਣ ਅੱਗੇ ਭਾਈ ਤੁਹਾਡੀ ਮਰਜ਼ੀ। ਮੇਰਾ ਕੰਮ ਸੀ ਸਮਝਾਉਣਾ, ਸੋ ਮੈਂ ਕਰ ਦਿੱਤਾ। ਤਾਈ ਮਾਂ ਦੇ ਦਿਮਾਗ ਵਿੱਚ ਸ਼ੱਕ ਤੇ ਡਰ ਦੋਵੇਂ ਭਰ ਗਈ। ਉਧਰ ਬੇਬੇ ਦੇ ਵੀ ਤਾਈ ਨੇ ਕੰਨ ਭਰ ਦਿੱਤੇ। ਮੈਂ ਸਭ ਕੁਝ ਰਾਮੋ ਤਾਈ ਨੇ ਮਾਂ ਨੂੰ ਕਿਹਾ ਸੀ ਜਾਂ ਰਚਨਾ ਨੂੰ ਦੱਸ ਦਿੱਤਾ। ਰਚਨਾ ਉਦਾਸ ਹੋਈ ਤੇ ਆਪਣੀਆਂ ਅੱਖਾਂ ਦੇ ਹੰਝੂ ਲੁਕੋ ਕੇ ਮੈਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਾ ਲਿਆ। ਮੇਰੀ ਸਮਝ ਵਿੱਚ ਕੁਝ ਨਾ ਆਇਆ। ਉਹ ਪਿਆਰ ਨਾਲ ਮੈਨੂੰ ਕਹਿਣ ਲੱਗੀ, ਬੋਗੇ ਹੁਣ ਤੂੰ ਉਹੀ ਕਰਨਾ ਜੋ ਮਾਂ ਕਹੇਗੀ। ਮੈਨੂੰ ਵਾਅਦਾ ਕਰਕੇ ਤੂੰ ਮਾਂ ਦੀ ਹਰ ਗੱਲ ਮੰਨੇਗੀ। ਮੈਂ ਕਿਹਾ, ਹਾਂ ਮੈਨੂੰ ਵਾਅਦਾ। ਫਿਰ ਉਸਨੇ ਮੈਨੂੰ ਘਰ ਭੇਜ ਦਿੱਤਾ। ਇਹ ਆਖਰੀ ਵਾਰ ਸੀ ਜਦ ਮੈਂ ਮੇਰੀ ਰਚਨਾ ਨੂੰ ਗੱਲ ਪਿਆਰ ਨਾਲ ਮਿਲੀ ਸੀ। ਮਾਂ ਨੇ ਮੇਰਾ ਰਚਨਾ ਕੋਲ ਜਾਣਾ ਬੰਦ ਕਰ ਦਿੱਤਾ ਤੇ ਜੇ ਕਦੇ ਮੈਂ ਚੋਰੀਓਂ ਰਚਨਾ ਨੂੰ ਮਿਲਣ ਜਾਂਦੀ ਤਾਂ ਉਹ ਗੁੱਸੇ ਵਿੱਚ ਝਿੜਕ ਦਿੰਦੀ ਜਾਂ ਚੁਬਾਰੇ ਦਾ ਦਰਵਾਜ਼ਾ ਹੀ ਨਾ ਖੋਲ੍ਹਦੀ। ਪਤਾ ਨਹੀਂ ਅੰਦਰੋਂ ਅੰਦਰੀ ਕਿੰਨਾ ਟੁੱਟਦੀ ਹੋਣੀ ਆ। ਮੈਂ ਫਿਰ ਉਦਾਸ ਰਹਿਣ ਲੱਗ ਪਈ ਤੇ ਮਾਂ ਮੈਨੂੰ ਮੇਰੇ ਨਾਨਕੇ ਪਿੰਡ ਛੱਡ ਆਈ। ਮੇਰੇ ਨਾਨਕਿਆਂ ਦਾ ਭਰਿਆ ਪੂਰਾ ਪਰਿਵਾਰ ਸੀ। ਹੌਲੀ ਹੌਲੀ ਮੈਂ ਸਭ ਭੁੱਲ ਗਈ ਤੇ ਉਧਰ ਰਚਨਾ ਤੇ ਕੈਲਾਸ਼ ਚਾਚਾ ਪਿੰਡ ਛੱਡ ਸ਼ਹਿਰ ਜਾ ਰਹਿਣ ਲੱਗ ਪਏ। ਮੁੜ ਕਦੇ ਮੈਂ ਰਚਨਾ ਨੂੰ ਨਾ ਮਿਲ ਸਕੀ, ਨਾ ਹੀ ਕਦੇ ਮਾਂ ਨੇ ਰਚਨਾ ਦਾ ਨਾਮ ਲਿਆ ਸੀ। ਅੱਜ ਇੰਨੇ ਸਾਲਾਂ ਬਾਅਦ ਮਾਂ ਨੇ ਰਚਨਾ ਦਾ ਨਾਮ ਲਿਆ, ਉਹ ਵੀ ਉਸਦੀ ਮੌਤ ਦੀ ਖਬਰ ਦੇਣ ਲਈ। ਸਾਡਾ ਮੋਹ ਭਰਿਆ ਰਿਸ਼ਤਾ ਸਮਾਜ ਦੇ ਕੁਝ ਘਟੀਆ ਸੋਚ ਦੇ ਲੋਕਾਂ ਦੀ ਭੇਟ ਚੜ੍ਹ ਗਿਆ ਸੀ। ਇੱਕ ਪਾਕ ਪਵਿੱਤਰ ਪਿਆਰ ਦੀ ਮੂਰਤ ਨੂੰ ਡਰ ਤੇ ਭੈ ਦੀ ਸੂਰਤ ਵਿੱਚ ਬਦਲ ਦਿੱਤਾ ਗਿਆ ਸੀ। ਸਾਰੀ ਰਾਤ ਮੇਰੇ ਹੰਝੂ ਨਾ ਰੁਕੇ। ਸਵੇਰ ਹੁੰਦੇ ਹੀ ਮੈਂ ਵਾਪਸ ਹੋਸਟਲ ਜਾਣ ਦੀ ਤਿਆਰੀ ਕਰ ਲਈ, ਕਿਉਂਕਿ ਹੁਣ ਮੇਰਾ ਪਿੰਡ ਰੁਕਣਾ ਮੁਸ਼ਕਿਲ ਹੋ ਗਿਆ ਸੀ। ਮਾਂ ਵੀ ਸਮਝ ਗਈ ਸੀ, ਉਸਨੇ ਵੀ ਮੈਨੂੰ ਨਾ ਰੋਕਿਆ। 30 ਸਾਲ ਬਾਅਦ ਵੀ ਰਚਨਾ ਮੇਰੇ ਦਿਲ ਦੀ ਕਿਸੇ ਨੁੱਕਰ ਵਸਦੀ ਆ। ਅੱਜ 5 ਦੋਸਤ ਹੁਣ ਅਸੀਂ ਫਿਰ ਫੇਸਬੁੱਕ ਦੇ ਜ਼ਰੀਏ ਇਕੱਠੇ ਹੋ ਗਏ, ਪਰ ਮੇਰੀ ਰਚਨਾ ਮੇਰੇ ਤੋਂ ਸਦਾ ਲਈ ਦੂਰ ਹੋ ਗਈ। ਧੰਨਵਾਦ ਜੀ।